ਜਿਹੜਾ ਤੁਹਾਡੇ ਇਸ ਸਰੀਰ ਨੂੰ ਚਲਾ ਰਿਹਾ ਹੈ। ਦੇਖੋ, ਸਰੀਰ ਵੀ ਇੱਕ ਕੈਸੀ ਮਸ਼ੀਨਰੀ ਹੈ, ਬਹੁਤ ਬਾਰੀਕ ਤੇ ਬਹੁਤ ਬੜੀ ਵੀ ਹੈ। ਅਜੇ ਤੱਕ ਪੂਰੀ ਸਮਝ ਵਿੱਚ ਵੀ ਨਹੀਂ ਆਈ ਹੈ ਮਨੁੱਖ ਦੇ, ਤੇ ਇਹਨੂੰ ਚਲਾ ਰਿਹਾ ਹੈ ਜਿਹੜਾ। ਇਹਦੇ ਵਿੱਚ ਇੰਨੇ ਕੰਮ ਹੋ ਰਹੇ ਹਨ ਲਗਾਤਾਰ, ਤੁਹਾਨੂੰ ਪਤਾ ਨਹੀਂ ਹੈ। ਤੇ ਬੇਹੋਸ਼ੀ ਦੇ ਵਿੱਚ ਵੀ ਚਲਾ ਰਿਹਾ ਹੈ। ਰਾਤ ਨੂੰ ਤੁਸੀਂ ਸੁੱਤੇ ਹੁੰਦੇ ਹੋ, ਸਰੀਰ ਦਾ ਕੋਈ ਪਤਾ ਨਹੀਂ, ਚਲਾਉਂਦਾ ਹੈ। ਤੋਂ ਬਾਹਰਲੇ ਕੰਮ ਵੀ ਚਲਾ ਰਿਹਾ ਹੈ। ਤੇ ਕੰਮ ਬਾਹਰਲੇ ਉਹ ਹੀ ਕਰ ਰਿਹਾ ਹੈ, ਪਰ ਪਤਾ ਉਹਨੂੰ ਹੀ ਲੱਗਦਾ ਹੈ ਜਿਹੜਾ ਸ਼ਾਂਤ ਹੋ ਜਾਂਦਾ। ਉਹ ਹੀ ਕਹਿੰਦਾ ਹੈ ਸੰਤਾਂ ਕੇ ਕਾਰਜ ਹਰ ਆਪ ਖਲੋਆ, ਕੰਮ ਕਰਾਵਣ ਆਇਆ ਰਾਮ। ਪਰ ਕੰਮ ਤੇ ਸਾਰਿਆਂ ਦੇ ਰਾਮ ਹੀ ਕਰ ਰਿਹਾ ਹੈ, ਇਸੇ ਕਰਕੇ ਉਹਨੂੰ ਕਰਤਾ ਪੁਰਖ ਕਿਹਾ। ਪਰ ਮਨੁੱਖ ਇੰਨਾ ਮਨ ਕਿਉਂ ਚਲਾ ਰਿਹਾ ਹੈ? ਬਲਕਿ ਬਹੁਤ ਸਾਰੇ ਐਸੇ ਪਸ਼ੂ ਪੰਛੀ ਹੋਰ ਜੀਵ ਹੈਗੇ ਹਨ ਜਿਨ੍ਹਾਂ ਦਾ ਮਨ ਬਹੁਤ ਘੱਟ ਚੱਲਦਾ ਹੈ, ਤੇ ਉਹ ਵੀ ਬਹੁਤ ਵਧੀਆ ਜੀਵਨ ਗੁਜ਼ਾਰਦੇ ਹਨ। ਪਰ ਮਨੁੱਖ ਜਿਹੜੇ ਸਮਾਜ ਦੇ ਵਿੱਚ ਰਹਿ ਰਿਹਾ ਹੈ, ਉਹ ਸਮਾਜ ਜ਼ਿਆਦਾ ਮਨ ਨੂੰ ਚਲਾਉਂਦਾ ਹੈ। ਇਸ ਕਾਰਨ ਕਿਹਾ ਜਾਂਦਾ ਹੈ ਵੀ ਸਮਾਜਿਕ ਸਿੱਖਿਆ ਤੋਂ ਜਿਹੜਾ ਬਚ ਕੇ ਰਹਿੰਦਾ ਹੈ। ਸੰਸਾਰ ਕਹਿ ਲਓ, ਤੇ ਸੰਸਾਰ ਹੀ ਤਾਂ ਵਾਸ਼ਨਾ ਪੈਦਾ ਕਰਦਾ ਹੈ ਨਾ। ਸੁੱਖਾਂ ਦੀ ਵਾਸ਼ਨਾ ਤੇ ਪੈਦਾ ਹੋ ਜਾਂਦੀ ਹੈ ਨੌਜਵਾਨਾਂ ਦੇ ਵਿੱਚ, ਵੀ ਬਾਹਰਲੇ ਮੁਲਕਾਂ 'ਚ ਬੜਾ ਸੁੱਖ ਹੈ, ਧਨ ਕਮਾਵਾਂਗੇ ਬੜਾ ਸੁੱਖ ਮਿਲੂਗਾ, ਮੋਟਰ ਗੱਡੀਆਂ। ਤੇ ਸੁੱਖਾਂ ਦੀ ਖਾਤਰ ਫਿਰ ਮਨ ਨੂੰ ਦੌੜਾਉਂਦਾ ਹੈ, ਤੇ ਜਵਾਨੀ ਦੇ ਵਿੱਚ ਉਹ ਖਵਾਹਿਸ਼ਾਂ ਪੂਰੀਆਂ ਕਰਨ ਵਾਸਤੇ ਦੌੜਾਉਂਦਾ ਰਹਿੰਦਾ। ਫਿਰ ਬੁਢੇਪੇ ਦੇ ਵਿੱਚ ਬਹੁਤ ਤੇਜ਼ ਜਦੋਂ ਦੌੜਨ ਲੱਗ ਜਾਂਦਾ ਹੈ, ਮਨ ਫਸ ਜਾਂਦਾ ਹੈ, ਫਿਰ ਔਖਾ ਹੋ ਜਾਂਦਾ ਹੈ। ਤੇ ਜ਼ਿਆਦਾਤਰ ਲੋਕ ਬੁਢੇਪੇ 'ਚ ਹੀ ਧਾਰਮਿਕ ਹੁੰਦੇ ਹਨ, ਪਰ ਫਿਰ ਮਨ ਨਹੀਂ ਠਹਿਰਦਾ, ਕਿਉਂਕਿ ਜਿਹੜਾ 50-60 ਸਾਲ ਲਗਾਤਾਰ ਦੌੜਿਆ ਹੈ, ਵੀ ਜਿੰਨੀ ਜ਼ਿਆਦਾ ਸਪੀਡ ਨਾਲ ਕੋਈ ਦੌੜਿਆ ਦੌੜਾਇਆ ਹੈ, ਮਨ ਨੂੰ ਚੱਕਰ ਚਲਾਇਆ ਹੈ, ਉਹ ਚੱਕਰ ਇੱਕਦਮ ਰੁਕ ਥੋੜ੍ਹੀ ਜਾਵੇਗਾ। ਤੇ ਉਹ ਚੱਕਰ ਫਿਰ ਵੀ ਚੱਲਦਾ ਰਹਿੰਦਾ ਹੈ। ਪਰ ਜਵਾਨੀ 'ਚ ਤਾਂ ਸਰੀਰ ਦੌੜਦਾ ਹੁੰਦਾ ਹੈ, ਇਸ ਕਰਕੇ ਚੱਕਰ ਦਾ ਬਹੁਤਾ ਨਹੀਂ ਪਤਾ ਲੱਗਦਾ। ਬੁਢੇਪੇ ਦੇ ਵਿੱਚ ਸਰੀਰ ਕਮਜ਼ੋਰ ਹੋ ਜਾਂਦਾ ਹੈ, ਪਰ ਮਨ ਦੌੜਦਾ ਹੈ, ਇਸ ਕਰਕੇ ਜ਼ਿਆਦਾ ਪਤਾ ਲੱਗਦਾ ਹੈ। ਤੇ ਮਨ ਨੂੰ ਦੌੜਾਉਣ ਦੀ ਆਦਤ ਸੰਸਾਰ ਦੇ ਲੋਕ ਹੀ ਪਾਉਂਦੇ ਹਨ, ਆਪਣੇ ਹੀ ਤੁਹਾਡੇ ਪਾਉਂਦੇ ਹਨ। ਦੌੜਾਉਣ ਦੇ ਵਿੱਚ ਆਪਣੇ ਹੀ ਲਾਉਂਦੇ ਆ, ਤੇ ਮਨ ਦੌੜ ਪੈਂਦਾ ਹੈ, ਚੱਲ ਪੈਂਦਾ ਹੈ। ਫਿਰ ਜਿਹੜੇ ਫੀਲਡ ਦੇ ਵਿੱਚ ਉਹ ਚੱਲ ਰਿਹਾ ਹੁੰਦਾ ਹੈ, ਜਿਹੜੀ ਵਿਚਾਰਧਾਰਾ 'ਚ ਚੱਲ ਰਿਹਾ ਹੁੰਦਾ ਹੈ, ਅਗਰ ਉਹ ਸਫਲ ਹੁੰਦਾ ਹੈ, ਥੋੜ੍ਹਾ ਬਹੁਤਾ ਸੁੱਖ ਵੀ ਮਿਲਦਾ ਹੀ ਹੈ। ਜਦੋਂ ਸਫਲ ਹੁੰਦਾ ਹੈ, ਵਾਸ਼ਨਾ ਪੂਰੀ ਹੁੰਦੀ ਹੈ, ਤੇ ਖੁਸ਼ ਹੁੰਦਾ ਹੈ, ਤੇ ਖੁਸ਼ੀ ਲੋਕਾਂ ਨੂੰ ਦਿਖਾਲਦਾ ਹੈ।
ਤੋ ਉਸ ਵਿਚਾਰਧਾਰਾ ਦੇ ਵਿੱਚ ਫਿਰ ਦੂਸਰਿਆਂ ਨੂੰ ਵੀ ਪਾਉਂਦਾ ਹੈ। ਜਿਹੜਾ ਕੋਈ ਵੀ ਕਿਸੇ ਵੀ ਵਿਚਾਰਧਾਰਾ ਦੇ ਨਾਲ ਪ੍ਰਭਾਵਿਤ ਹੁੰਦਾ ਹੈ ਅਤੇ ਉਸ ਵਿਚਾਰਧਾਰਾ 'ਚ ਹੀ ਦੂਸਰਿਆਂ ਨੂੰ ਵੀ ਪਾਉਂਦਾ ਹੈ। ਅਤੇ ਇਹ ਤਾਂ ਸੰਸਾਰਿਕ ਲੋਕ ਹਨ ਜਿਹੜੇ ਲਹਿਦਾ ਵਿਚਾਰਧਾਰਾ 'ਚ ਦੂਸਰੇ ਨੂੰ ਪਾਉਂਦੇ ਹਨ। ਫਿਰ ਕੁਛ ਧਾਰਮਿਕ ਲੋਕ ਹਨ, ਉਹ ਵੀ ਆਪਣੀ ਆਪਣੀ ਵਿਚਾਰਧਾਰਾ 'ਚ ਦੂਸਰੇ ਨੂੰ ਪਾਉਂਦੇ ਹਨ। ਵਿਚਾਰਧਾਰਾ ਹੀ ਹੈ ਨਾ ਧਾਰਮਿਕ, ਜਿਵੇਂ ਕਹਿ ਦਿੰਦੇ ਨੇ ਸਿੱਖ ਦੀ ਵਿਚਾਰਧਾਰਾ, ਹਿੰਦੂ ਦੀ ਵਿਚਾਰਧਾਰਾ, ਮੁਸਲਮਾਨ ਦੀ ਵਿਚਾਰਧਾਰਾ, ਈਸਾਈ ਦੀ, ਲਹਿਦਾ ਵਿਚਾਰਧਾਰਾ। ਇਹਨਾਂ ਦੇ ਵਿੱਚ ਫਿਰ ਸੰਪਰਦਾਵਾਂ ਹਨ, ਉਹਨਾਂ ਦੀਆਂ ਹੋਰ ਵਿਚਾਰਧਾਰਾਵਾਂ ਹਨ। ਅਤੇ ਜਿਹੜੀ ਵਿਚਾਰਧਾਰਾ ਨਾਲ ਕੋਈ ਜੁੜਿਆ ਹੋਇਆ ਹੈ ਅਤੇ ਉਸ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਜਾਂਦਾ ਹੈ, ਹੌਲੀ ਹੌਲੀ ਉਸੇ ਦੇ ਨਾਲ ਹੀ ਦੂਸਰੇ ਨੂੰ ਜੋੜਦਾ ਹੈ। ਅਤੇ ਹਰ ਇੱਕ ਕੋਈ ਵਿਚਾਰਧਾਰਾ ਦੇ ਨਾਲ ਜੁੜਿਆ ਹੋਇਆ ਹੈ। ਪਰ ਜਾਗਰਤ ਪੁਰਸ਼ ਜਿਹੜਾ ਹੈ ਉਹ ਕਿਸੇ ਵਿਚਾਰਧਾਰਾ ਦੇ ਨਾਲ ਥੋੜ੍ਹੀ ਜੁੜਿਆ ਹੋਇਆ ਅਤੇ ਨਾ ਹੀ ਜੋੜਦਾ ਹੈ। ਹੁਣ ਬਾਬਾ ਨਾਨਕ ਜੀ ਕਿਸੇ ਵਿਚਾਰਧਾਰਾ ਦੇ ਨਾਲ ਥੋੜ੍ਹੀ ਜੁੜੇ ਹੋਏ ਸਨ। ਉਹ ਤਾਂ ਸਾਰੀਆਂ ਵਿਚਾਰਧਾਰਾ ਨੂੰ ਖੰਡਨ ਕਰਦੇ ਸਨ, ਨਿਰਵਿਚਾਰ ਹੋਣ ਵਾਸਤੇ ਕਹਿੰਦੇ ਸਨ। ਹਿੰਦੂ ਦੀ ਵਿਚਾਰਧਾਰਾ ਨੂੰ ਖੰਡਨ ਕੀਤਾ ਉਹਨਾਂ ਨੇ, ਇਸਲਾਮ ਦੀ ਵਿਚਾਰਧਾਰਾ ਨੂੰ, ਸਾਰੀਆਂ ਵਿਚਾਰਧਾਰਾ ਨੂੰ ਖੰਡਨ ਕਰਦੇ ਹਨ ਜਾਗਰਤ ਪੁਰਸ਼। ਪਰ ਜ਼ਿਆਦਾਤਰ ਲੋਕ ਤਾਂ ਵਿਚਾਰਧਾਰਾ 'ਚ ਹੀ ਪਾਉਂਦੇ ਹਨ। ਵਿਚਾਰਧਾਰਾ ਦਾ ਅਰਥ ਹੁੰਦਾ ਹੈ ਕੋਈ ਪਰੰਪਰਾ, ਮਰਿਆਦਾ, ਨਿਯਮ, ਕੁਛ ਕਰਨ ਵਾਸਤੇ ਕਹਿਣਾ, ਉਸ ਵਿਚਾਰਧਾਰਾ 'ਚ ਪਾਉਣਾ। ਕੋਈ ਮੰਤਰ ਦੇ ਦਿੱਤਾ, ਇਹਦਾ ਜਾਪ ਕਰਨਾ, ਇੰਨੀ ਵਾਰ ਕਰਨਾ, ਜਾਂ ਕੋਈ ਵਿਧੀ ਦੱਸਦੀ, ਜਾਂ ਕੋਈ ਉਪਾਅ ਦੱਸ ਦਿੱਤਾ, ਨਿਯਮ ਦੱਸ ਦਿੱਤੇ, ਮਰਿਆਦਾ ਦੱਸ ਦਿੱਤੀ। ਹਰ ਇੱਕ ਕੋਈ ਦੱਸ ਰਿਹਾ ਹੈ ਕੁਛ ਨਾ ਕੁਛ ਆਪਣੀ ਵਿਚਾਰਧਾਰਾ ਦੇ ਮੁਤਾਬਿਕ ਕਰਨ ਵਾਸਤੇ ਕਹਿ ਰਿਹਾ ਹੈ। ਅਤੇ ਇਹਦਾ ਮਤਲਬ ਉਹ ਕਿਸੇ ਵਿਚਾਰਧਾਰਾ 'ਚ ਪਿਆ ਹੋਇਆ ਹੈ, ਤਾਂ ਹੀ ਕੁਛ ਕਰਨ ਵਾਸਤੇ ਕਹਿ ਰਿਹਾ ਹੈ। ਫਿਰ ਤੁਸੀਂ ਦੇਖੋ, ਮੈਂ ਕਦੇ ਵੀ ਕੁਛ ਕਰਨ ਵਾਸਤੇ ਨਹੀਂ ਕਹਿੰਦਾ। ਅਗਰ ਕਰਨ ਵਾਸਤੇ ਵੀ ਕਹਿੰਦਾ ਹਾਂ ਤਾਂ ਵਿਚਾਰਧਾਰਾ ਨੂੰ ਛੱਡਣ ਵਾਸਤੇ ਹੀ ਕੁਝ ਕਰਨਾ ਹੈ, ਇਸ ਕਰਕੇ ਕਹਿੰਦਾ। ਨਹੀਂ ਤਾਂ ਕੁਛ ਵੀ ਮੈਂ ਕਰਨ ਨੂੰ ਨਹੀਂ ਕਹਿੰਦਾ। ਕੋਈ ਨਿਯਮ ਨਹੀਂ, ਕੋਈ ਮਰਿਆਦਾ ਨਹੀਂ ਵੀ ਇੱਦਾਂ ਕਰੋ, ਇੱਦਾਂ ਨਾ ਕਰੋ, ਆਹ ਕਰਮ ਕਰੋ, ਆਹ ਨਾ ਕਰੋ। ਇਹ ਤਾਂ ਕਰਮ ਕਾਂਡੀਆਂ ਦੀਆਂ ਗੱਲਾਂ ਹਨ ਜਿਹੜੇ ਕਰਮਾਂ 'ਚ ਹੀ ਬੱਧੇ ਹੋਏ ਹਨ। ਇੱਥੇ ਜਿਨ੍ਹਾਂ ਨੇ ਪਾਰ ਜਾਣਾ ਹੈ ਕਰਮਾਂ ਧਰਮਾਂ ਤੋਂ, ਉਹਨਾਂ ਨੂੰ ਫਿਰ ਕੁਛ ਦੱਸਣ ਦੀ ਲੋੜ ਨਹੀਂ ਪੈਂਦੀ ਹੈ, ਮਰਿਆਦਾ, ਨਿਯਮ, ਕਿਉਂਕਿ ਉਹ ਵੀ ਇੱਕ ਵਿਚਾਰਧਾਰਾ ਹੈ। ਅਤੇ ਉਸ ਵਿਚਾਰਧਾਰਾ 'ਚ ਪੈ ਜਾਵੇਗਾ ਕੋਈ ਵੀ ਕਿਵੇਂ ਨਿਯਮ ਇਹ ਪਾਲਣਾ ਹੈ, ਕਿੱਦਾਂ ਕਰਨਾ ਹੈ। ਫਿਰ ਨਿਯਮਾਂ ਨੂੰ ਤੋੜਨ ਵਾਸਤੇ ਵੀ ਲੋਕ ਵਿਚਾਰ ਕਰਦੇ ਰਹਿੰਦੇ ਹਨ, ਵਿੱਚੋਂ ਰਸਤੇ ਖੋਜਦੇ ਰਹਿੰਦੇ ਹਨ। ਮਨ ਉਪਾਅ ਲੱਭ ਲੈਂਦਾ ਹੈ ਨਾ, ਉਸ ਵਿਚਾਰਧਾਰਾ 'ਚ ਪਿਆ ਰਹਿੰਦਾ ਹੈ। ਅਤੇ ਹਰ ਕੋਈ ਕਿਸੇ ਨਾ ਕਿਸੇ ਵਿਚਾਰਧਾਰਾ ਦੇ ਨਾਲ ਜੁੜਿਆ ਹੋਇਆ ਹੈ। ਅਤੇ ਜਿਹੜੀ ਵਿਚਾਰਧਾਰਾ ਦੇ ਨਾਲ ਜੁੜਿਆ ਹੈ ਉਸ ਵਿਚਾਰਧਾਰਾ ਦੇ ਨਾਲ ਹੀ ਜੋੜਦਾ ਹੈ। ਅਤੇ ਜਿਹੜਾ ਨਿਰਵਿਚਾਰ ਹੈ ਨਾ, ਉਹ ਕਿਸੇ ਵਿਚਾਰ ਦੇ ਨਾਲ ਨਹੀਂ ਜੋੜਦਾ। ਉਹ ਕਹਿੰਦਾ ਹੈ ਨਿਰਵਿਚਾਰ ਹੋ ਜਾਓ। ਸਾਰੀਆਂ ਵਿਚਾਰਧਾਰਾਵਾਂ ਨੂੰ ਛੱਡੋ। ਸਾਰੀਆਂ ਧਾਰਾਂ ਜਿਹੜੀਆਂ ਹਨ ਨਾ ਵਿਚਾਰਾਂ ਦੀਆਂ, ਉਹ ਸੰਸਾਰ ਦੀਆਂ ਹੀ ਹਨ। ਜਿਵੇਂ ਨਦੀ ਦੀਆਂ ਬਹੁਤ ਸਾਰੀਆਂ ਧਾਰਾਂ ਹੁੰਦੀਆਂ ਹਨ, ਧਾਰਾਂ ਦੇ ਵਿੱਚ ਬਹਿੰਦੀਆਂ ਹਨ। ਕੋਈ ਉੱਚੀ ਧਾਰਾ, ਕੋਈ ਨੀਵੀਂ ਧਾਰਾ, ਕੋਈ ਛੋਟੀ ਧਾਰਾ, ਕੋਈ ਵੱਡੀ ਧਾਰਾ। ਸੰਸਾਰਿਕ ਧਾਰਾ ਕਿ ਧਾਰਮਿਕ ਧਾਰਾ। ਸੰਸਾਰਿਕ ਧਾਰਾ ਨੂੰ ਛੱਡਣ ਵਾਸਤੇ ਧਾਰਮਿਕ ਧਾਰਾ, ਫਿਰ ਧਾਰਮਿਕ ਧਾਰਾ ਨੂੰ ਵੀ ਛੱਡਣਾ ਹੈ, ਕਿਉਂਕਿ ਉਸ ਵਿਚਾਰਧਾਰਾ 'ਚ ਵੀ ਅਗਰ ਪੈ ਰਹੇ ਤਾਂ ਵੀ ਤੁਸੀਂ ਵਿਚਾਰਧਾਰਾ 'ਚ ਹੀ ਪਏ, ਮਨ ਦੇ ਤਲ 'ਤੇ ਸੋਚ ਰਹੇ ਹੋ। ਜਿੰਨਾ ਚਿਰ ਸੋਚ ਰਹੇ ਹੋ
ਉਨਾ ਚਿਰ ਇਹ ਮੈਂ ਦੇ ਨਾਲ ਬੰਧੇ ਹੋਏ ਹੋ, ਹਉ ਦੇ ਨਾਲ, ਰੋਗ ਦੇ ਨਾਲ। ਅਤੇ ਤਕਰੀਬਨ ਜਿੰਨੇ ਵੀ ਪ੍ਰਚਾਰਕ ਹਨ, ਵਿਚਾਰਕ ਹਨ, ਸਭ ਵਿਚਾਰ ਦੇ ਨਾਲ ਹੀ ਬੰਧੇ ਹੋਏ ਹਨ। ਅਤੇ ਜਿੰਨਾ ਜ਼ਿਆਦਾ ਸਮਝਦਾਰ ਹੈ ਜ਼ਿਆਦਾ ਬੰਦਾ, ਓਨਾ ਹੀ ਜ਼ਿਆਦਾ ਵਿਚਾਰਕ ਹੁੰਦਾ ਹੈ, ਅਤੇ ਓਨਾ ਹੀ ਵਿਚਾਰਧਾਰਾ 'ਚ ਜ਼ਿਆਦਾ ਪਿਆ ਹੁੰਦਾ। ਤੋ ਵਿਚਾਰ ਦੇ ਤਲ 'ਤੇ ਹੀ ਸਭ ਕੁਛ ਸਮਝਣਾ ਚਾਹੁੰਦਾ ਹੈ। ਪਰਮਾਤਮਾ ਨੂੰ ਵੀ ਕਈ ਵਿਚਾਰ ਦੇ ਤਲ 'ਤੇ ਸਮਝਣਾ ਚਾਹੁੰਦੇ, ਟਿਕੇ ਹੋਏ ਨੂੰ ਦੌੜਦੇ ਹੋਏ ਸਮਝਣਾ ਚਾਹੁੰਦੇ ਹਨ। ਹੈ ਕਿ ਨਹੀਂ ਮੂਰਖਤਾ? ਲਵੇ ਧਾਤ ਜੋੜ ਨਾ ਆਵੇ, ਕਿਹਾ ਵੀ ਹੈ ਵੀ ਦੌੜਦੇ ਹੋਏ ਤੁਸੀਂ ਟਿਕੇ ਹੋਏ ਨੂੰ ਨਹੀਂ ਸਮਝ ਸਕਦੇ। ਟਿਕੇ ਹੋਏ ਨੂੰ ਟਿਕ ਕੇ ਹੀ ਜਾਣੋਗੇ। ਅਤੇ ਪਹਿਲਾਂ ਵਿਚਾਰਧਾਰਾ ਤੋਂ ਮੁਕਤ ਹੋਣਾ ਹੈ। ਸੰਸਾਰਿਕ ਵਿਚਾਰਧਾਰਾ ਕਿਵੇਂ ਚੱਲ ਰਹੀਆਂ ਹਨ ਤੁਹਾਡੀਆਂ, ਤੁਸੀਂ ਖਿਆਲ ਕਰੋ। ਵਾਸ਼ਨਾ ਕਰਕੇ, ਚਾਹਤ ਕਰਕੇ ਘੱਟ ਕਰੋ ਥੋੜ੍ਹੀਆਂ ਥੋੜ੍ਹੀਆਂ ਚਾਹਤਾਂ। ਬੋਲਣਾ ਘੱਟ ਕਰੋ, ਦੇਖਣਾ ਘੱਟ ਕਰੋ, ਸੁਣਨਾ ਘੱਟ ਕਰੋ। ਇਹਨੂੰ ਹੀ ਸੰਜਮ ਕਿਹਾ ਹੈ। ਸੰਜਮੀ ਜੀਵਨ ਜੀਂਦਾ ਹੈ ਗੁਰਮੁਖ ਪਿਆਰਾ। ਸੰਜਮ ਦਾ ਅਰਥ ਇਹ ਹੈ, ਜਿਹਨੂੰ ਜਤ ਕਿਹਾ ਹੈ। ਸੰਜਮ ਦੇ ਵਿੱਚ ਰਿਹਾ ਹੀ ਜਤ ਫਲੀਭੂਤ ਹੁੰਦਾ ਹੈ। ਅਤੇ ਜਿੰਨਾ ਕੋਈ ਇੰਦਰੀਆਂ ਨੂੰ ਸੰਜਮ ਦੇ ਵਿੱਚ ਰੱਖਦਾ ਹੈ, ਬਾਹਰ ਸੁਰਤ ਨਹੀਂ ਜਾਣ ਦਿੰਦਾ, ਓਨਾ ਹੀ ਉਹ ਨਿਰਵਿਚਾਰ ਹੋਣਾ ਸ਼ੁਰੂ ਹੋ ਜਾਂਦਾ। ਕਿਉਂਕਿ ਬਾਹਰ ਸੁਰਤ ਨੂੰ ਦੌੜਾ ਨਹੀਂ ਰਿਹਾ ਹੈ, ਸੋਚ ਨਹੀਂ ਰਿਹਾ ਹੈ। ਪਰਮਾਤਮਾ 'ਤੇ ਛੱਡ ਦਿੰਦਾ, ਗੁਰੂ 'ਤੇ ਛੱਡ ਦਿੰਦਾ ਵੀ ਆਪੇ ਕਾਰਜ ਸਵਾਰੂਗਾ। ਜਿਹਨੇ ਜੀਵਨ ਦਿੱਤਾ ਹੈ ਉਹ ਰਿਜ਼ਕ ਵੀ ਦੇਵੇਗਾ, ਅਤੇ ਦੇ ਹੀ ਰਿਹਾ ਹੈ। ਨਾਲੇ ਧਾਰਮਿਕ ਲੋਕ ਪੜ੍ਹਦੇ ਵੀ ਹਨ, ਪਹਿਲਾਂ ਦੇ ਤੈਂ ਰਿਜ਼ਕ ਸੰਭਾਹ, ਪਿੱਛੋਂ ਦੇ ਤੈਂ ਜੰਤੂ ਪਾ। ਜਦੋਂ ਸਭ ਕੁਛ ਪਹਿਲਾਂ ਦੇ ਦਿੰਦਾ ਹੈ, ਫਿਰ ਸੋਚ ਕਾਹਨੂੰ ਰਹੇ ਹੋ ਆਪਣੇ ਰਿਜ਼ਕ ਵਾਸਤੇ? ਆਪਣੇ ਵਾਸਤੇ ਨਹੀਂ, ਬੱਚਿਆਂ ਵਾਸਤੇ ਵੀ ਸੋਚਦੇ। ਧਾਰਮਿਕ ਲੋਕ ਦੇਖੋ ਤੇ ਬੜੀ ਸੋਚ ਵਿਚਾਰ ਦੇ ਵਿੱਚ ਪਏ ਰਹਿੰਦੇ ਹਨ। ਤੇ ਸੋਚ ਵਿਚਾਰ ਤੋਂ ਮੁਕਤ ਹੋਣਾ, ਤੇ ਸਰੀਰ ਤੇ ਭਾਵੇਂ ਚੱਲਦਾ ਰਹੇ, ਮਨ ਨਾ ਚੱਲੇ। ਫਿਰ ਅਗਰ ਮਨ ਨਹੀਂ ਚੱਲਦਾ ਹੈ ਨਾ ਜਿਹਦਾ, ਉਹਦਾ ਸਰੀਰ ਚੱਲ ਰਿਹਾ ਹੈ ਤਾਂ ਵੀ ਨਹੀਂ ਉਹ ਚੱਲ ਰਿਹਾ ਹੈ। ਇਹ ਗੱਲ ਤੁਹਾਨੂੰ ਬੜੀ ਕਠਿਨ ਹੋਵੇਗੀ ਸਮਝਣੀ। ਜਿਵੇਂ ਕਿਸੇ ਨੇ ਪੁੱਛਿਆ ਸੀ ਨਾ ਗੌਤਮ ਬੁੱਧ ਨੂੰ ਵੀ ਤੁਸੀਂ ਬਹੁਤ ਭਰਮਣ ਕਰਦੇ ਹੋ, ਪਿੰਡ ਪਿੰਡ ਜਾ ਕੇ ਉਪਦੇਸ਼ ਦਿੰਦੇ ਹੋ, ਕਿੰਨਾ ਚੱਲਦੇ ਹੋ? ਕਹਿੰਦੇ ਨਹੀਂ, ਮੈਂ ਤਾਂ ਚੱਲ ਹੀ ਨਹੀਂ ਰਿਹਾ। ਉਹਨਾਂ ਨੂੰ ਦਿਖਦਾ ਹੀ ਨਹੀਂ ਇਹ ਚੱਲ ਰਿਹਾ, ਕਿਉਂਕਿ ਬਾਹਰ ਸੰਸਾਰ ਵੱਲ ਦੇਖੋ ਤਾਂ ਪਤਾ ਲੱਗਦਾ ਹੈ ਚੱਲ ਰਹੇ। ਅਗਰ ਅੰਦਰ ਕੋਈ ਦੇਖ ਰਿਹਾ ਹੈ ਤਾਂ ਅੰਦਰੋਂ ਤਾਂ ਪਤਾ ਹੀ ਨਹੀਂ ਲੱਗਦਾ ਹੈ ਚੱਲਦੇ ਆ, ਕਿਉਂਕਿ ਅੰਦਰੋਂ ਕੁਛ ਚੱਲਦਾ ਥੋੜ੍ਹੀ, ਉੱਥੇ ਤਾਂ ਟਿਕਿਆ ਹੋਇਆ। ਚੱਲ ਤੇ ਬਾਹਰ ਰਿਹਾ ਸੰਸਾਰ, ਅਤੇ ਬਾਹਰ ਭਾਵੇਂ ਸਰੀਰ ਚੱਲਦਾ ਵੀ ਰਹੇ। ਇਸੇ ਕਾਰਨ ਹੀ ਕਿਹਾ ਹੈ ਵੀ ਹੱਥਾਂ ਪੈਰਾਂ ਨਾਲ ਕੰਮ ਕਰਦੇ ਰਹੋ, ਮਨ ਨਾ ਚਲਾਓ। ਅਤੇ ਜਿਹਦਾ ਮਨ ਨਹੀਂ ਚੱਲਦਾ ਹੈ ਉਹ ਹੀ ਮੁਕਤ ਹੋ ਜਾਂਦਾ ਹੈ ਕਰਮਾਂ ਤੋਂ। ਜਿਹਦਾ ਮਨ ਚੱਲ ਰਿਹਾ ਹੈ ਉਹ ਕਰਮਾਂ ਤੋਂ ਵੀ ਮੁਕਤ ਨਹੀਂ ਹੋ ਪਾਉਂਦਾ ਹੈ, ਕਿਉਂਕਿ ਕਰਮਾਂ ਦੇ ਨਾਲ ਮਨ ਚੱਲ ਰਿਹਾ ਹੈ। ਕਰਮਾਂ ਦੇ ਵਿੱਚ ਮਨ ਇਸ ਕਰਕੇ ਚਲਾਉਣਾ ਪੈਂਦਾ ਹੈ ਆਦਮੀ ਨੂੰ, ਕਿਉਂਕਿ ਫਲ ਦੀ ਆਕਾਂਸ਼ਾ ਹੈ। ਕੁਛ ਮਿਲੇਗਾ ਤਾਂ ਹੀ ਤੁਸੀਂ ਕੁਛ ਕਰ ਰਹੇ ਹੋ ਨਾ ਸੰਸਾਰ ਵਿੱਚ। ਧਾਰਮਿਕ ਲੋਕ ਵੀ ਇਵੇਂ ਕੁਛ ਕਰ ਰਹੇ ਹਨ, ਕੁਛ ਮਿਲੇਗਾ। ਸਾਧਨਾ ਕਰਦੇ, ਜਪ ਤਪ ਕਰਦੇ, ਧਿਆਨ ਕਰਦੇ, ਕੁਛ ਮਿਲੇਗਾ ਅਤੇ ਮਨ ਚੱਲਦਾ ਰਹੇਗਾ, ਕਿਉਂਕਿ ਮਿਲਣ ਦੀ ਆਕਾਂਸ਼ਾ ਕਰਕੇ ਚੱਲਦਾ ਹੈ। ਇਸੇ ਕਾਰਨ ਹੀ ਕਿਹਾ ਹੈ ਨਾ, ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੇਵਾ ਦੇ ਵਿੱਚ ਕੋਈ ਫਲ ਦੀ ਆਕਾਂਸ਼ਾ ਨਹੀਂ ਹੁੰਦੀ, ਸੇਵਾ ਭਾਵਨਾ ਨਾ ਹੁੰਦੀ, ਪ੍ਰੇਮ ਨਾ ਹੁੰਦੀ।
ਸੇਵਾ ਕੰਮ ਨਹੀਂ ਹੈ। ਜ਼ਿਆਦਾਤਰ ਲੋਕ ਕੰਮ ਸਮਝ ਕੇ ਸੇਵਾ ਕਰਦੇ, ਬੜੀ ਜ਼ਿੰਮੇਵਾਰੀ ਨਾਲ ਕਰਦੇ, ਬੜਾ ਸੋਚਦੇ ਹਨ, ਉਹਨਾਂ ਦਾ ਮਨ ਚੱਲਦਾ ਰਹਿੰਦਾ ਹੈ। ਜਾਗਰਤ ਪੁਰਸ਼ ਕੋ ਸਹਿਜ ਸੇਵਾ ਹੁੰਦੀ ਹੈ, ਨਾ ਉਹ ਆਪ ਸੋਚਦਾ ਹੈ, ਨਾ ਦੂਸਰੇ ਨੂੰ ਸੋਚਣ ਦਾ ਮੌਕਾ ਦਿੰਦਾ ਹੈ। ਮਨ ਤੇ ਮੌਕੇ ਲੱਭਦਾ ਰਹਿੰਦਾ ਹੈ ਨਾ ਚੱਲਣ ਦੇ, ਪਰ ਜਿਹੜੇ ਭਾਵਨਾ ਦੇ ਨਾਲ ਜੁੜੇ ਹੋਏ ਹਨ ਉਹਨਾਂ ਦੀ ਵਿਚਾਰਧਾਰਾ ਨੂੰ ਤੋੜਦਾ ਰਹਿੰਦਾ ਹੈ ਹੌਲੀ ਹੌਲੀ। ਆਮ ਸਧਾਰਨਤਾ ਹੈ, ਜਦੋਂ ਵਿਚਾਰਧਾਰਾ ਸ਼ੁਰੂ ਹੁੰਦੀ ਹੈ ਨਾ ਉਦੋਂ ਨਹੀਂ ਪਤਾ ਲੱਗਦਾ ਹੈ ਆਮ ਮਨੁੱਖ ਨੂੰ, ਪਰ ਜਿਹੜਾ ਬਾਹਰ ਹੈ ਨਾ ਉਹਨੂੰ ਪਤਾ ਲੱਗਦਾ ਹੈ ਵੀ ਇਹ ਵਿਚਾਰਧਾਰਾ ਸ਼ੁਰੂ ਹੋ ਗਈ ਅਤੇ ਬਹੁਤ ਲੰਬੀ ਚਲੇਗੀ ਅਤੇ ਇਹਦਾ ਪਰਿਣਾਮ ਦੁੱਖ ਹੀ ਦੁੱਖ ਹੋਵੇਗਾ, ਫਿਰ ਮਨ ਟਿਕੇਗਾ ਨਹੀਂ। ਇਸ ਕਰਕੇ ਉਹ ਪਹਿਲਾਂ ਹੀ ਕਹਿ ਦਿੰਦਾ ਹੈ ਵੀ ਇਸ ਵਿਚਾਰਧਾਰਾ ਨੂੰ ਛੱਡ, ਤੋ ਧੀਰੇ ਧੀਰੇ ਛਡਾਉਂਦਾ ਰਹਿੰਦਾ ਹੈ। ਸੰਸਾਰਿਕ ਵਿਚਾਰਧਾਰਾ ਨੂੰ, ਖਿਆਲਾਂ ਨੂੰ ਪੈਦਾ ਹੁੰਦੇ ਹੀ ਰਹਿੰਦੇ ਹਨ ਨਾ ਜਗਿਆਸੂਆਂ ਦੇ ਵੀ, ਆਹ ਕਰ ਲਾਂ, ਜੇ ਕਰ ਲਾਂ, ਐਸੇ ਕਰ ਲਾਂ, ਵੈਸੇ ਕਰ ਲਾਂ, ਉਹ ਛਡਾਉਂਦਾ ਰਹਿੰਦਾ। ਉਹ ਕਹਿੰਦਾ ਕੁਛ ਨਾ ਕਰ, ਰੱਬ 'ਤੇ ਭਰੋਸਾ ਰੱਖ, ਉਹ ਸਭ ਕੁਛ ਦੇਵੇਗਾ ਤੈਨੂੰ। ਸਿਰ ਸਿਰ ਰਿਜ਼ਕ ਸੰਭਾਹੀਂਦਾ, ਸਾਰਿਆਂ ਨੂੰ ਰਿਜ਼ਕ ਦੇ ਰਿਹਾ ਹੈ। ਤੂੰ ਨਾ ਸੋਚ, ਤੈਨੂੰ ਵੀ ਮਿਲੇਗਾ, ਜਦੋਂ ਮੈਨੂੰ ਮਿਲ ਰਿਹਾ ਹੈ ਬਿਨਾਂ ਸੋਚਿਆ। ਅਜੇ ਤੱਕ ਮੈਨੂੰ ਇੱਕ ਗੱਲ ਖਿਆਲ ਵਿੱਚ ਆ ਜਾਂਦੀ ਹੈ, ਦਾਦਾ ਮੇਰਾ ਅਕਸਰ ਕਹਿੰਦਾ ਹੁੰਦਾ ਸੀ ਬਚਪਨ ਵਿੱਚ ਵੀ ਇਹ ਮੁੰਡਾ ਭੁੱਖਾ ਹੀ ਮਰੇਗਾ, ਕੁਝ ਨਹੀਂ ਕਰ ਸਕਦਾ, ਕਿਉਂਕਿ ਨਿਕੰਮਾ ਸੀ ਨਾ ਮੈਂ। ਪਰ ਕਦੇ ਐਸਾ ਨਹੀਂ ਹੋਇਆ ਕਿ ਨਾ ਮਿਲਿਆ, ਲੋੜ ਤੋਂ ਵੱਧ ਦੇ ਰਿਹਾ ਹੈ, ਉਹ ਬੇਅੰਤ ਹੈ। ਆਪਣੇ ਸੇਵਕ ਕੋ ਸਾਥ ਸਾਥ